ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤਰਣ ਕਹਿਤ ਤੋਇ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁਬਦੇ ਪੱਥਰ ਤਾਰੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ। ਜਿਨੀ ਤੁਧਨੋ ਧਨ ਕਹਿਆ ਤਿਨ ਜਮ ਨੇੜ ਨਾ ਆਇਆ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ। ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀ। ਸਾਲੋਕ ਮਹਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ ਭੀ ਭਾਉ ਮਨ ਮਹਿ ਹੋਏ।
ਨਾਨਕ ਭੈ ਵਿੱਚ ਜੇ ਮਰੈ, ਸਹਿਲਾ ਆਇਆ ਸੋਏ। ਮਹੱਲਾ ਤੀਜਾ। ਭੈ ਬਿਨ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ। ਨਾਨਕ ਭੈ ਬਿਨ ਜੇ ਮਰੈ, ਮੋਹ ਕਾਲੈ ਉਠ ਜਾਏ। ਪੌੜੀ। ਸਤਿਗੁਰ ਹੋਏ ਦਇਆਲ, ਤਾ ਸਰਦਾ ਪੂਰੀਐ। ਸਤਿਗੁਰ ਹੋਏ ਦਇਆਲ, ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ, ਤਾ ਦੁਖ ਨਾ ਜਾਣੀਐ। ਸਤਿਗੁਰ ਹੋਏ ਦਇਆਲ, ਤਾ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ, ਤਾ ਜਮ ਕਾ ਡਰ ਕੇਹਾ। ਸਤਿਗੁਰ ਹੋਏ ਦਇਆਲ, ਤਾ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ, ਤਾ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ, ਤਾ ਸਚ ਸਮਾਈਐ। ਸਤਿਗੁਰ ਹੋਏ ਦਇਆਲ, ਤਾ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ, ਤਾ ਸਚ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਚੌਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ, ਜੋ ਆਪ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ, ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼੍ਰਵਣ ਕੀਤੇ। ਗੁਰੂ ਕੇ ਕੀਰਤਨੀਆਂ ਪਾਸੋਂ ਭਲੋ ਭਲੋ ਰੇ ਕੀਰਤਨੀਆਂ, ਰਾਮ ਰਮਾ ਗੁਣ ਗਾਓ ਦੇ ਮਾਂ ਵਾਕਾਂ ਅਨੁਸਾਰ ਸਤਿਗੁਰੂ ਜੀ ਦਾ ਹਰ ਜਸ ਕੀਰਤਨ ਸ਼੍ਰਵਣ ਕੀਤਾ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਨੇ ਲੜੀਵਾਰ ਕਥਾ ਦਾ ਸਮਾਂ ਬਖਸ਼ਿਸ਼ ਕੀਤਾ। ਆਓ ਆਪਾਂ ਕਥਾ ਦੀ ਸਾਂਝ ਪਾਈਏ। ਕਥਾ ਸ਼੍ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੁਰਠ ਕਰਕੇ ਆਪਣੇ ਪਵਿੱਤਰ ਅੰਗ 149 ਦੇ ਉੱਪਰੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਤੋਂ ਖੁਸ਼ ਹੋ ਕਰਕੇ ਵਰਦਾਨ ਬਖਸ਼ਿਸ਼ ਕੀਤੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ,
ਨੇ ਗੱਤਿਆਂ ਦੀ ਗਤ, ਨੇ ਧਰਿਆਂ ਦੀ ਧਿਰ, ਨੇ ਆਸਰਿਆਂ ਦੇ ਆਸਰੇ। ਇਹੋ ਜਿਹੇ 12 ਵਰਦਾਨ ਬਖਸ਼ਿਸ਼ ਕੀਤੇ। ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨੂੰ ਤਾਰ ਰਹੇ ਹਨ। ਸੰਗਤਾਂ ਨੇ ਬੇਨਤੀ ਕੀਤੀ ਕਿ ਹੇ ਮਹਾਰਾਜ ਜੀ, ਸੰਸਾਰ ਦੇ ਵਿੱਚ ਸਾਰੇ ਜੀਵ ਆਉਂਦੇ ਹਨ, ਪਸ਼ੂ ਪੰਛੀ ਜਾਨਵਰ ਜੜ ਜੂਨੀ ਸਾਰੇ ਆ ਰਹੇ ਹਨ, ਮਨੁੱਖ ਵੀ ਆ ਰਿਹਾ ਹੈ, ਪਰ ਇੱਥੇ ਜਿਹੜਾ ਜੀਵਨ ਸਫਲ ਹੈ ਉਹ ਕਿਹਨਾਂ ਦਾ ਆਉਣਾ ਇਸ ਸੰਸਾਰ ਤੇ ਸਫਲਾ ਹੈ। ਮਹਾਰਾਜ ਜੀ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਇਹ ਸ਼ਬਦ ਦੇ ਰਾਹੀਂ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਸਮਝਾਉਣਾ ਕੀਤਾ ਕਿ ਇਹ ਭਾਈ, ਜਿਨ੍ਹਾਂ ਦਾ ਜੀਵ ਇੱਥੇ ਆਉਣਾ ਸਫਲ ਹੈ ਉਹ ਕਿਹੜੇ ਹਨ, ਉਹਨਾਂ ਦੀਆਂ ਕੀ ਨਿਸ਼ਾਨੀਆਂ ਹਨ। ਆਓ ਆਪਾਂ ਸ਼੍ਰਵਣ ਕਰਦੇ ਹਾਂ। ਸ਼ਲੋਕ ਮਹੱਲਾ ਤੀਜਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 149 ਅੰਗ ਦੇ ਉੱਪਰੋਂ ਮਾਝ ਰਾਗ ਦੀ ਵਾਰ ਦੇ ਵਿੱਚੋਂ 25ਵੇਂ ਸ਼ਲੋਕ ਦੇ ਵਿੱਚ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੇ ਮੁਖਾਰ ਬਿੰਦ ਤੋਂ ਆਈ ਧੁਰਕੀ ਬਾਣੀ ਦੇ ਵਿੱਚੋਂ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਹਨ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਛੰਦ ਦਾ ਨਾਮ ਹੈ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਦੇ ਵਿੱਚੋਂ ਉਚਾਰੀ ਹੋਈ ਧੁਰਕੀ ਬਾਣੀ ਦੇ ਵਿੱਚੋਂ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਭੈ ਵਿੱਚ ਜੰਮੈ ਭੈ ਮਰੈ, ਭੀ ਭਾਉ ਮਨ ਮੈਂ ਹੋਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਹੇ ਗੁਰਸਿੱਖੋ, ਗੁਰੂ ਪਿਆਰਿਓ, ਜੋ ਸੰਸਾਰ ਦੇ ਵਿੱਚ ਇੱਥੇ ਜੀਵ ਆਉਂਦਾ ਤੇ ਜੀਵ ਆ ਕਰਕੇ ਸੰਸਾਰ ਦੇ ਵਿੱਚ ਜਿਹੜਾ ਪ੍ਰਮਾਤਮਾ ਦੇ ਭੈ ਦੇ ਵਿੱਚ ਹੁਕਮ ਦੇ ਵਿੱਚ ਰਹਿੰਦਾ ਹੈ, ਉਹ ਭੈ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਭੈ ਦੇ ਵਿੱਚ ਹੁਕਮ ਦੇ ਵਿੱਚ ਹੀ ਉਹ ਇਸ ਸੰਸਾਰ ਤੋਂ ਚਲਿਆ ਜਾਂਦਾ ਹੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਸੰਸਾਰ ਦੇ ਵਿੱਚ ਰਹਿਣ ਦੇ ਸਮੇਂ ਵੀ ਭੀ ਭਾਉ ਮਨ ਮੈਂ ਹੋਏ, ਉਹਦਾ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਰੱਬ ਦਾ ਜਿਹੜਾ ਭੈ ਆ ਉਹ ਮਨ ਦੇ ਵਿੱਚ ਵਸਦਾ। ਜਿਵੇਂ ਭਾਈ ਗੁਰਦਾਸ ਜੀ ਆਪਣੀਆਂ ਪਵਿੱਤਰ ਵਾਰਾਂ ਦੇ ਵਿੱਚ ਫਰਮਾਨ ਕਰਦੇ ਹਨ, ਭੈ ਵਿੱਚ ਨਿਮਣ ਨਿਮ ਭੈ ਵਿੱਚ ਜਾਇਆ, ਭੈ ਵਿੱਚ ਗੁਰਮੁਖ ਪੰਥ ਸਰਣੀ ਆਇਆ, ਭੈ ਵਿੱਚ ਸੰਗਤ ਸਾਧ ਸ਼ਬਦ ਕਮਾਇਆ, ਭੈ ਵਿੱਚ ਜੀਵਨ ਮੁਕਤ ਭਾਣਾ ਪਾਇਆ, ਭੈ ਵਿੱਚ ਜਨਮ ਸੁਮਾਰ ਸਹਿਜ ਸਮਾਇਆ, ਭੈ ਵਿੱਚ ਨਿਜ ਘਰ ਜਾਏ ਪੂਰਾ ਪਾਇਆ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਭੈ ਵਿੱਚ ਨਿਮਣ ਨਿਮ ਭੈ ਵਿੱਚ ਜਾਇਆ, ਭਾਵ ਜਦੋਂ ਜਨਮ ਹੋਇਆ ਉਦੋਂ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੋਇਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਨਿਮ ਭੈ ਜਾਇਆ, ਭਾਵ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਹੀ ਤੇਰੀ ਪਾਲਣ ਪੋਸ਼ਣ ਹੋਈ। ਮਹਾਰਾਜ ਜੀ ਫਰਮਾਨ ਕਰਦੇ ਹਨ, ਭੈ ਵਿੱਚ ਗੁਰਮੁਖ ਪੰਥ ਸਰਣੀ ਆਇਆ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਅਸੀਂ ਪ੍ਰਮਾਤਮਾ ਦੀ ਸਤਿਗੁਰੂ ਜੀ ਦੀ ਸਰਣੀ ਵਿੱਚ ਆਉਂਦੇ ਹਾਂ, ਕਿਉਂਕਿ ਇਹ ਹੁਕਮ ਦੀ ਸਾਰੀ ਖੇਡ ਹੈ। ਸੰਸਾਰ ਹੁਕਮ ਦੇ ਵਿੱਚ ਸੰਸਾਰ ਚੱਲਦਾ ਹੈ। ਜਿਵੇਂ ਕਈ ਵਾਰੀ ਆਪਾਂ ਕਹਿੰਦੇ ਆ ਵੀ ਫਲਾਣਾ ਮਾੜਾ ਕਰਦਾ ਹੈ, ਮਹਾਰਾਜ ਜੀ ਕਹਿੰਦੇ ਨਹੀਂ, ਉਹ ਨਹੀਂ ਕਰਦਾ, ਉਹ ਤੋਂ ਪ੍ਰਮਾਤਮਾ ਵਾਹਿਗੁਰੂ ਦਾ ਹੁਕਮ ਆਪਣਾ ਦੇ ਕਰਕੇ ਕਰਵਾ ਰਿਹਾ ਹੈ। ਪਾਤਸ਼ਾਹ ਜੀ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਵਿਰਖ ਕਉ ਦੋਇ ਫਲ ਲਾਏ, ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ। ਮਹਾਰਾਜ ਜੀ ਫਰਮਾਨ ਕਰਦੇ ਹਨ,
ਅੰਮ੍ਰਿਤ ਤੇ ਜ਼ਹਿਰ ਪ੍ਰਮਾਤਮਾ ਨੇ ਪੈਦਾ ਕੀਤੀ ਹੈ। ਇਹ ਸੰਸਾਰ ਵਿਰਖ ਹੈ ਜਿੱਥੇ ਅਸੀਂ ਰਹਿ ਰਹੇ ਹਾਂ। ਇਸ ਵਿਰਖ ਨੂੰ ਪ੍ਰਮਾਤਮਾ ਨੇ ਇਹ ਦੋਨੇ ਫਲ ਲਾਉਣੇ ਕੀਤੇ ਨੇ, ਜ਼ਹਿਰ ਤੇ ਅੰਮ੍ਰਿਤ। ਹੁਣ ਜਿੱਦਾਂ ਆਪਾਂ ਕਿਸੇ ਪੌਦੇ ਦੇ ਉੱਪਰ ਲੱਗੇ ਹੋਏ ਫਲਾਂ ਨੂੰ ਆਪਣੀ ਇੱਛਾ ਦੇ ਨਾਲ ਤੋੜ ਕੇ ਖਾਂਦੇ ਹਾਂ, ਵੀ ਇਹ ਪੱਕਿਆ ਹੈ, ਮਿੱਠਾ ਹੋਵੇਗਾ, ਇਹਨੂੰ ਛਕੀਏ, ਤੋੜ ਲਈਏ। ਮਹਾਰਾਜ ਜੀ ਕਹਿੰਦੇ ਸੰਸਾਰ ਵਿਰਖ ਦੇ ਉੱਪਰੋਂ ਅਸੀਂ ਇਹ ਫਲ ਨਹੀਂ ਤੋੜ ਸਕਦੇ। ਨਾ ਅਸੀਂ ਆਪਣੀ ਮਰਜ਼ੀ ਦਾ ਜ਼ਹਿਰ ਤੋੜ ਸਕਦੇ ਹਾਂ ਤੇ ਨਾ ਹੀ ਅਸੀਂ ਆਪਣੀ ਮਰਜ਼ੀ ਦਾ ਅੰਮ੍ਰਿਤ ਤੋੜ ਸਕਦੇ ਹਾਂ, ਕਿਉਂਕਿ ਪ੍ਰਮਾਤਮਾ ਸਤਿਗੁਰੂ ਜੀ ਫਰਮਾਨ ਕਰਦੇ ਹਨ, ਆਪੇ ਕਰਤਾ ਕਰੇ ਕਰਾਏ, ਆਪੇ ਉਹ ਕਾਰਨ ਕਰਦਾ ਹੈ, ਜੋ ਤਿਸ ਭਾਵੈ ਤਿਸੈ ਖਵਾਏ। ਉਹਦੀ ਮਰਜ਼ੀ ਹੈ, ਜਿਹਨੂੰ ਮਰਜ਼ੀ ਉਹ ਅੰਮ੍ਰਿਤ ਛਕਾ ਦੇਵੇ, ਜਿਹਨੂੰ ਮਰਜ਼ੀ ਉਹ ਮਦ ਵਰਗੀ ਜ਼ਹਿਰ ਦੇ ਉੱਪਰ, ਸ਼ਰਾਬ ਵਰਗੀ ਜ਼ਹਿਰ ਦੇ ਉੱਪਰ ਲਾ ਕਰਕੇ ਸੰਸਾਰ ਦੇ ਉੱਪਰ ਮਾੜੇ ਕੰਮਾਂ ਦੇ ਵਿੱਚ ਪਾ ਕਰਕੇ ਉਸ ਦੀ ਬੇਇੱਜ਼ਤੀ ਕਰਵਾ ਦੇਵੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਤਾਈਓ ਜਿਹੜੇ ਗੁਰਮੁਖ ਜਨ ਭੈ ਵਿੱਚ ਜੰਮੈ। ਹੁਣ ਜਨਮ ਤੋਂ ਪਹਿਲਾਂ ਤਾਂ ਮਨੁੱਖ ਨੂੰ ਕੋਈ ਸੋਝੀ ਨਹੀਂ ਹੈ ਨਾ। ਜਦੋਂ ਮਨੁੱਖ ਨੇ ਜਨਮ ਲਿਆ, ਉਸ ਤੋਂ ਤਕਰੀਬਨ ਜਨਮ ਜਦੋਂ ਤੁਰਨ ਲੱਗੇ ਪਿਆ, ਉਸ ਤੋਂ ਬਾਅਦ ਉਹਨੂੰ ਸੋਝੀ ਆਉਂਦੀ ਆ। ਪਹਿਲਾਂ ਤਾਂ ਉਹਨੂੰ ਆਪਣੀ ਮਾਂ ਦੀ ਵੀ ਸੋਝੀ ਨਹੀਂ ਹੁੰਦੀ, ਆਪਣੇ ਪਿਓ ਦੀ ਵੀ ਸੋਝੀ ਨਹੀਂ ਹੁੰਦੀ ਜਦੋਂ ਜਨਮ ਲੈਂਦਾ। ਫਿਰ ਹੌਲੀ ਹੌਲੀ ਉਹ ਰੋਜ਼ ਦੇਖਦਾ ਮਾਂ ਨੂੰ, ਮਾਂ ਦੇ ਜਿਹਣ ਦੀ ਵਾਸ਼ਨਾ ਰੋਜ਼ ਉਹਨੂੰ ਨੱਕ ਰਾਹੀਂ, ਨਾਸਕਾਂ ਰਾਹੀਂ ਆਉਂਦੀ ਹੈ। ਤਾਂ ਇਹਨਾਂ ਚੀਜ਼ਾਂ ਨੂੰ ਉਹ ਦੇਖ ਕਰਕੇ ਆਪਣੀ ਮਾਂ ਨੂੰ ਲੱਗਦਾ ਹੈ ਵੀ ਇਹ ਮੇਰੀ ਮਾਂ ਜੋ ਮੇਰੇ ਹਰ ਰੋਜ਼ ਰਹਿੰਦੀ ਹੈ। ਫਿਰ ਉਸ ਤੋਂ ਬਾਅਦ ਫਿਰ ਉਹਨੂੰ ਇਹ ਸੋਝੀ ਆਉਂਦੀ ਹੈ। ਮਹਾਰਾਜ ਜੀ ਕਹਿੰਦੇ ਭੈ ਵਿੱਚ ਜੰਮੈ, ਹੁਕਮ ਦੇ ਵਿੱਚ ਜਨਮ ਲਿਆ। ਪਰਮਾਤਮਾ ਨੇ ਤੈਨੂੰ ਹੁਕਮ ਦੇ ਵਿੱਚ ਜਨਮ ਦੇ ਕਰਕੇ ਮਨੁੱਖ ਬਣਾ ਦਿੱਤਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਭੈ ਮਰੈ। ਇਹ ਸੰਸਾਰ ਤੋਂ ਜਿਹੜਾ ਤੇਰਾ ਜਾਣਾ ਹੈ ਨਾ, ਉਹ ਵੀ ਭੈ ਦੇ ਵਿੱਚ ਹੋਵੇਗਾ, ਹੁਕਮ ਦੇ ਵਿੱਚ ਹੋਵੇਗਾ। ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਮਹਾਰਾਜ ਜੀ ਨੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਮਹਾਰਾਜ ਜੀ ਕਹਿੰਦੇ ਸਾਰੇ ਜਿਹੜੇ ਆਕਾਰ ਨੇ, ਜੀਵ ਨੇ, ਇਹ ਪਰਮਾਤਮਾ ਦੇ ਭੈ ਦੇ ਵਿੱਚ, ਹੁਕਮ ਦੇ ਵਿੱਚ ਹੁੰਦੇ ਹਨ। ਮਹਾਰਾਜ ਜੀ ਫਰਮਾਨ ਕਰਦੇ ਹਨ, ਭੀ ਭਾਉ ਮਨ ਮੈਂ ਹੋਏ। ਹੁਣ ਜਿਨ੍ਹਾਂ ਦੇ ਆਪ ਹੀ ਉਹ ਕਿਰਪਾ ਬਖਸ਼ਿਸ਼ਾਂ ਕਰਕੇ ਹਿਰਦਿਆਂ ਦੇ ਵਿੱਚ ਪਰਮਾਤਮਾ ਦਾ ਭਾਉ ਪਿਆਰ ਪਾ ਦਿੰਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਸ ਸੰਸਾਰ ਦੇ ਵਿੱਚ ਰਹਿੰਦੇ ਆ, ਜਦੋਂ ਜੀਵ ਇਹ ਸੰਸਾਰ ਦੇ ਉੱਪਰ ਰਹਿੰਦਾ, ਉਹਦੇ ਪਰਮਾਤਮਾ ਆਪਣੇ ਹੁਕਮ ਦੇ ਵਿੱਚ ਉਹਨੂੰ ਚਲਾ ਰਿਹਾ ਹੈ। ਭਾਈ ਗੁਰਦਾਸ ਜੀ ਹੋਰ ਫਰਮਾਨ ਕਰਦੇ ਹਨ, ਸਿੱਖਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਸ਼ਬਦ ਨੂੰ ਲਿਆ, ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਾਂਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਵਲ ਹੋਏ ਭਵਰ ਬਸੰਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰੰਦੇ, ਤੇ ਵਿਰਲੇ ਸੰਸਾਰ ਵਿੱਚ ਗੁਰ ਸਿੱਖ ਸੇਵ ਕਰੰਦੇ। ਭੈ ਵਿੱਚ ਜੰਮਣ ਭੈ ਰਹਿਣ, ਭੈ ਵਿੱਚ ਮਰ ਗੁਰ ਸਿੱਖ ਜੀਵੰਦੇ, ਗੁਰਮੁਖ ਸੁਖ ਫਲ ਪਿਰਮ ਚਖੰਦੇ। ਭਾਵ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਭੈ ਵਿੱਚ ਜੰਮਣ ਭੈ ਰਹਿਣ, ਭੈ ਵਿੱਚ ਮਰ ਗੁਰ ਸਿੱਖ ਜੀਵੰਦੇ। ਜਿਹੜੇ ਸਿੱਖ ਨੇ ਉਹਨਾਂ ਨੂੰ ਪਰਮਾਤਮਾ ਆਪਣੇ ਭੈ ਵਿੱਚ, ਹੁਕਮ ਦੇ ਵਿੱਚ ਰੱਖਦਾ ਹੈ, ਤੇ ਉਹ ਸੰਸਾਰ ਦੇ ਵਿੱਚ ਇੱਥੇ ਆਉਂਦੇ ਹਨ। ਮਹਾਰਾਜ ਜੀ ਫਰਮਾਨ ਕਰਦੇ ਹਨ ਆਪਣੀ ਪਵਿੱਤਰ ਗੁਰਬਾਣੀ ਆਸਾ ਜੀ ਦੀ ਵਾਰ ਦੇ ਵਿੱਚ, ਕਹਿੰਦੇ ਮਨੁੱਖ ਇਹ ਤੈਨੂੰ ਨਹੀਂ ਪਰਮਾਤਮਾ ਹੁਕਮ ਦੇ ਵਿੱਚ ਰੱਖਦਾ, ਵੀ ਇਕੱਲਾ ਤੂੰ ਹੀ ਹੈ ਜਿਹੜਾ ਰੱਬ ਤੈਨੂੰ ਕਹਿੰਦਾ ਮੇਰੇ ਹੁਕਮ 'ਚ ਰਹਿ। ਮਹਾਰਾਜ ਜੀ ਕਹਿੰਦੇ ਆਸਾ ਜੀ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ, ਭੈ ਵਿੱਚ ਪਾਵਨ ਬਹਿ ਸਦ ਵਾਓ, ਭੈ ਵਿੱਚ ਚੱਲ ਹੈ ਲੱਖ ਦਰਿਆਓ। ਮਹਾਰਾਜ ਜੀ ਕਹਿੰਦੇ ਰੱਬ ਦੇ ਹੁਕਮ ਦੇ ਵਿੱਚ, ਰੱਬ ਦੇ ਭੈ ਦੇ ਵਿੱਚ ਜਿਹੜੀ ਆ ਹਵਾ ਚੱਲਦੀ ਹੈ ਪਵਨ, ਮਹਾਰਾਜ ਜੀ ਕਹਿੰਦੇ ਇਹ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੀ ਹੈ। ਜੇ ਰੱਬ ਦਾ ਹੁਕਮ ਹੈ ਤਾਂ ਹਵਾ ਨੇ ਚੱਲਣਾ,
ਤੇ ਨਹੀਂ ਆਪਾਂ ਦੇਖੀਏ ਗਰਮੀ ਦੇ ਵਿੱਚ ਜਦੋਂ ਹਵਾ ਬੰਦ ਹੋ ਜਾਂਦੀ ਹੈ ਤੇ ਉਦੋਂ ਆਪਾਂ ਰੱਬ ਨੂੰ ਵੀ ਕਹਿੰਦੇ ਆ ਵੀ ਭੋਰੀ ਹਵਾ ਤਾਂ ਛੱਡ ਦੇ। ਭਾਵ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਦੇ ਵਿੱਚ ਚੱਲਦੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਭੈ ਵਿੱਚ ਚੱਲ ਹੈ ਲੱਖ ਦਰਿਆਓ। ਜਿਹੜੇ ਦਰਿਆ ਨੇ ਬੜੇ ਵੱਡੇ, ਮਹਾਰਾਜ ਜੀ ਕਹਿੰਦੇ ਉਹ ਵੀ ਰੱਬ ਦੇ ਭੈ ਦੇ ਵਿੱਚ ਚੱਲਦੇ ਨੇ। ਕਿਉਂਕਿ ਆਪ ਜੀ ਨੇ ਥੋੜੇ ਦਿਨ ਪਹਿਲਾਂ ਸ਼ਲੋਕ ਦੇ ਵਿੱਚ ਆਇਆ ਸੀ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ। ਹੁਕਮ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਉਹ ਨਦੀਆਂ ਦੇ ਵਿੱਚ ਟਿੱਬੇ ਪੈਦਾ ਕਰ ਦਿੰਦਾ। ਤੇ ਦੁਨੀਆ ਦੀਆਂ ਉਦਾਹਰਨਾਂ ਨੇ ਜਿਹੜੇ ਇੱਥੇ ਉਥਲ ਪੁਥਲ ਹੋ ਕਰਕੇ, ਜਿੱਥੇ ਪਹਿਲਾਂ ਦਰਿਆ ਚੱਲਦੇ ਸੀ ਉੱਥੇ ਬੰਜਣ ਹੋ ਗਿਆ, ਭਾਵ ਬੰਜੜ ਧਰਤੀ ਪੈਦਾ ਹੋ ਗਈ। ਤੇ ਜਿੱਥੇ ਵੱਡੇ ਵੱਡੇ ਟਿੱਬੇ ਸੀ ਉੱਥੇ ਦਰਿਆ ਵਹਿਣ ਲੱਗ ਪਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਸਾਰਾ ਰੱਬ ਦੇ ਹੁਕਮ ਦੇ ਵਿੱਚ ਚੱਲਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਭੈ ਵਿੱਚ ਅਗਨ ਕੱਢੈ ਵੇਗਾਰ। ਜਿਹੜੀ ਅਗਨੀ ਹੈ ਉਹ ਰੱਬ ਦੇ, ਉਹ ਵੀ ਰੱਬ ਦੇ ਭੈ ਦੇ ਵਿੱਚ ਚੱਲਦੀ ਹੈ, ਜਿਹੜੀ ਸਾਰੇ ਕਾਸੇ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਮਾਇਆ ਅਗਨ ਤਿਰਣ ਬਹੁ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਮਹਾਰਾਜ ਜੀ ਫਰਮਾਨ ਕਰਦੇ, ਕਹਿੰਦੇ ਇਸ ਅਗਨ ਨੇ ਬੜੇ ਘਾਸ ਆਦਿਕ ਦਰਖਤ ਆਦਿਕ ਨੂੰ ਜਾਲ ਦਿੱਤਾ। ਕੋਈ ਹਰਿਆ ਬੂਟਾ ਇਸ ਤੋਂ ਬਚਿਆ ਜਿਹਦੇ ਹਿਰਦੇ ਦੇ ਵਿੱਚ ਰੱਬ ਖੁਦ ਵਸਿਆ। ਮਹਾਰਾਜ ਜੀ ਫਰਮਾਨ ਕਰਦੇ ਹਨ, ਭੈ ਵਿੱਚ ਧਰਤੀ ਦੱਬੀ ਭਾਰ। ਧਰਤੀ ਵੀ ਰੱਬ ਦੇ ਹੁਕਮ ਦੇ ਵਿੱਚ ਆਪਣਾ ਸਾਰਿਆਂ ਦਾ ਭਾਰ ਥੱਲੇ ਦੱਬੀ ਹੋਈ ਹੈ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਮਹਾਰਾਜ ਜੀ ਕਹਿੰਦੇ ਇੰਦਰ ਦੇਵਤਾ ਜਿਹੜਾ ਸਾਰੇ ਦੇਵਤਿਆਂ ਦਾ ਸਰਮੌਰ ਹੈ, ਉਹ ਵੀ ਰੱਬ ਦੇ ਹੁਕਮ ਵਿੱਚ ਚੱਲ ਰਿਹਾ ਹੈ। ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵੈ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਮਹਾਰਾਜ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ, ਚੰਦ ਤੇ ਸੂਰਜ ਵੀ ਰੱਬ ਦੇ ਭੈ ਦੇ ਵਿੱਚ ਚੱਲ ਰਹੇ ਨੇ। ਜਿਹੜੇ ਕੋਹ ਕਰੋੜੀ ਚਲਤ ਨਾਂਤ, ਲੰਬੇ ਸਾਲਾਂ ਤੋਂ ਚੱਲਦੇ ਆ ਰਹੇ ਨੇ। ਸੂਰਜ ਜਦੋਂ ਦਾ ਬਣਿਆ ਉਦੋਂ ਦਾ ਰੋਸ਼ਨੀ ਦਿੰਦਾ ਆਇਆ, ਰੋਸ਼ਨੀ ਚੱਲਦੀ ਆ ਰਹੀ ਹੈ ਸੂਰਜ ਦੀ। ਤੇ ਚੰਦਰਮਾ ਵੀ ਜਦੋਂ ਤੋਂ ਇਹ ਉਹਦੀ ਪੈਦਾਇਸ਼ ਕੀਤੀ ਹੈ, ਉਹ ਵੀ ਹੁਕਮ ਦੇ ਵਿੱਚ ਹੀ ਚੜ੍ਹਦਾ ਉਤਰਦਾ ਆ ਰਿਹਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭੈ ਵਿੱਚ ਸਿੱਧ ਬੁੱਧ ਸੁਰਨਾਥ। ਜਿਹੜੇ ਨਾਥ, ਨੌ ਨਾਥ, ਸਿੱਧ ਆਦਿਕ ਨੇ, ਉਹ ਵੀ ਦੇਵਤੇ ਆਦਿਕੇ, ਉਹ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਨੇ। ਇਸ ਕਰਕੇ ਗੁਰੂ ਤੀਜੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ, ਭਾਈ ਜਿਹੜਾ ਰੱਬ ਦੇ ਹੁਕਮ ਦੇ ਵਿੱਚ ਪੈਦਾ ਹੋਇਆ ਤੇ ਰੱਬ ਨੇ ਉਹਨੂੰ ਆਪਣੇ ਹੁਕਮ ਦੇ ਵਿੱਚ ਜੀਵਨ 'ਚ ਰੱਖਿਆ ਤੇ ਉਹ ਹੁਕਮ ਦੇ ਵਿੱਚ ਇਥੋਂ ਸੰਸਾਰ ਤੋਂ ਚਲਾ ਗਿਆ। ਮਹਾਰਾਜ ਪਾਤਸ਼ਾਹ ਤੀਜੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਜਿਹੜਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਇਸ ਸੰਸਾਰ ਦੇ ਉੱਪਰੋਂ ਚਲਾ ਗਿਆ, ਸਾਰੀ ਜ਼ਿੰਦਗੀ ਉਹਨੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਕੱਢੀ, ਵਾਹਿਗੁਰੂ ਦੇ ਭੈ ਦੇ ਵਿੱਚ ਰਿਹਾ, ਸਿਮਰਨ ਕੀਤਾ, ਸੇਵਾ ਕੀਤੀਆਂ। ਮਹਾਰਾਜ ਜੀ ਫਰਮਾਨ ਕਰਦੇ ਹਨ, ਸਹਿਲਾ ਆਇਆ ਸੋਏ। ਫਿਰ ਉਹਦਾ ਇਸ ਸੰਸਾਰ ਤੇ ਆਉਣਾ ਸੁਖੀ ਹੈ, ਉਹਦਾ ਚੰਗਾ ਮਨਜ਼ੂਰ ਹੈ ਸੰਸਾਰ ਤੇ ਆਇਆ। ਬਾਕੀ ਪ੍ਰਮਾਤਮਾ ਨੇ ਜਨਮ ਦਿੱਤਾ, ਪਰ ਜਨਮ ਦੇ ਕਰਕੇ ਸਾਨੂੰ ਵੱਖਰੀਆਂ ਵੱਖਰੀਆਂ ਕਾਰਾਂ ਵੱਲ ਲਾ ਦਿੱਤਾ। ਕੋਈ ਕਿਸ ਦੀ ਕਾਰ ਕਰਦਾ, ਕੋਈ ਕਿਸ ਦੀ ਕਾਰ ਕਰਦਾ, ਕੋਈ ਸਿਮਰਨ ਕਰਦਾ, ਆਪਣਾ ਕੰਮ ਧੰਦਾ ਵੀ ਕਰਦਾ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਉਹ ਪ੍ਰਵਾਨ ਹੈ ਪ੍ਰਮਾਤਮਾ ਦੇ ਘਰੇ, ਜਿਹੜਾ ਭੈ ਦੇ ਵਿੱਚ ਹੁਕਮ ਦੇ ਵਿੱਚ ਜ਼ਿੰਦਗੀ ਦੇ ਵਿੱਚ ਰਵੇ ਤੇ ਉਹਦਾ ਫਿਰ ਇੱਥੇ ਸੰਸਾਰ ਤੇ ਆਇਆ ਸਫਲਾ ਹੈ। ਮਹੱਲਾ ਤੀਜਾ। ਮਹਾਰਾਜ ਜੀ ਹੁਣ ਅਗਲਾ ਪੱਖ ਦੇਂਦੇ ਨੇ, ਕਹਿੰਦੇ ਸੰਸਾਰ ਦੇ ਵਿੱਚ ਇੱਕ ਤਾਂ ਹੁਣ ਆਪਾਂ ਜਿਹੜਾ ਗੁਰਮੁਖ ਜਨ ਹੈ ਉਹ ਭੈ ਦੇ ਵਿੱਚ ਹੁਕਮ ਦੇ ਵਿੱਚ ਰਿਹਾ, ਤੇ ਇੱਕ ਐਸੇ ਵੀ ਨੇ ਜਿਹੜੇ ਹੁਕਮ ਤੋਂ ਬਾਹਰ ਪ੍ਰਮਾਤਮਾ ਉਹਨਾਂ ਨੂੰ ਕਰ ਦਿੰਦਾ ਹੈ ਤੇ ਹੁਕਮ ਤੋਂ ਬਾਹਰ ਰਹਿ ਕਰਕੇ ਉੱਪਰੋਂ ਹੋ ਕਰਕੇ ਫਿਰ ਉਹ ਸੰਸਾਰ ਦੀ ਜਿਹੜੀ ਮਰਜ਼ਾਦਾ ਨੂੰ ਤੋੜ ਕਰਕੇ ਉਹ ਆਪਣੇ ਪੱਖ ਤੇ ਐਸੀਆਂ ਗੱਲਾਂ ਕਰਦੇ ਨੇ ਜਿਹੜੀਆਂ ਰੱਬ ਦੇ ਘਰੇ ਮਨਜ਼ੂਰ ਨਹੀਂ ਹੁੰਦੀਆਂ। ਜਿਵੇਂ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਤੀਸਰੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮਹੱਲਾ ਤੀਜਾ।
ਤੀਜੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਦੂਜੇ ਮਹੱਲੇ ਦੇ ਵਿੱਚ ਫਰਮਾਨ ਕਰਦੇ ਹਨ, ਭੈ ਬਿਨ ਜੀਵੈ ਬਹੁਤ ਬਹੁਤ, ਖੁਸ਼ੀਆਂ ਖੁਸ਼ੀ ਕਮਾਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭੈ ਦੇ ਵਿੱਚ ਜਿਹੜਾ ਜਿਉਂਦਾ ਹੈ, ਜਿਹੜਾ ਭੈ ਤੋਂ ਬਿਨ ਜਿਉਂਦਾ ਹੈ, ਹੁਕਮ ਦੇ ਵਿੱਚ ਤੋਂ ਹੁਕਮ ਤੋਂ ਬਾਹਰ ਹੋ ਕੇ ਜਿਉਂਦਾ ਹੈ, ਮਹਾਰਾਜ ਕਹਿੰਦੇ ਉਸ ਸੰਸਾਰ ਦੇ ਵਿੱਚ ਬੜੀਆਂ ਖੁਸ਼ੀਆਂ ਕਮਾਉਂਦਾ ਹੈ। ਕਿਉਂਕਿ ਖੁਸ਼ੀਆਂ ਉਹਨੇ ਮਦ ਪੀਣੀ, ਦੂਸਰਿਆਂ ਨੂੰ ਮੰਦਾ ਬੋਲਣਾ, ਮਾੜਾ ਕਰਨਾ, ਇਹ ਖੁਸ਼ੀਆਂ ਨੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਬੰਦਾ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਅਸੀਂ ਐਸੇ ਹਾਂ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਹੇ ਰੱਬਾ, ਅਸੀਂ ਵੀ ਐਸੇ ਹਾਂ, ਅਸੀਂ ਅਪਰਾਧੀ ਹਾਂ, ਗੁਨਾਹਗਾਰ ਹਾਂ, ਬੇਮੁਖ ਬੰਦੇ ਹਾਂ, ਤੇ ਆਪ ਜੀ ਦੇ ਚਰਨਾਂ ਦੇ ਵਿੱਚ ਰਹਿ ਕਰਕੇ ਚੋਰ ਜਾਰ ਜੁਆਰ ਹਾਂ, ਪਰ ਘਰ ਜੋ ਹੰਦਾ। ਅਸੀਂ ਵੀ ਆਪ ਜੀ ਦੇ ਭੈ ਦੇ ਵਿੱਚੋਂ, ਹੁਕਮ ਦੇ ਵਿੱਚੋਂ ਨਿਕਲ ਕਰਕੇ ਹੋਰਾਂ ਦੇ ਘਰਾਂ ਦੇ ਵੱਲ ਜਾਂਦੇ ਹਾਂ, ਹੋਰਾਂ ਦੀਆਂ ਚੀਜ਼ਾਂ ਦੇ ਉੱਪਰ ਆਪਣੀ ਨਿਗਾਹ ਅੱਖ ਰੱਖਦੇ ਹਾਂ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਹੇ ਰੱਬਾ, ਅਸੀਂ ਵੀ ਨਿੰਦਕ ਹਾਂ, ਦੂਜਿਆਂ ਦੀਆਂ ਨਿੰਦਿਆਂ ਚੁਗਲੀਆਂ ਕਰਦੇ ਹਾਂ, ਤੇ ਜਿਹੜੇ ਹੋਰ ਦੇਸ਼ ਦੇ ਸੰਤਰਾਂ ਨੂੰ ਠੱਗ ਕੇ ਲਿਆਉਨੇ ਆ, ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ। ਹੇ ਪ੍ਰਮਾਤਮਾ, ਅਸੀਂ ਐਸੇ ਹਾਂ, ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ ਕਬੂ ਨਾ ਸਿਮਰਿਓ ਨਾਮ। ਭਾਵ ਅਸੀਂ, ਸਾਡੀ ਜਿਹੜੀ ਬਿਰਤੀ ਐਸੀ ਹੋ ਗਈ ਕਿ ਆਪ ਜੀ ਦੇ ਹੁਕਮ ਦੇ ਵਿੱਚੋਂ ਨਿਕਲ ਕਰਕੇ ਅਸੀਂ ਖੁਸ਼ੀਆਂ ਕਮਾਉਨੇ ਆ। ਭਾਵ ਹਰੇਕ ਜੋ ਕੋਈ ਮੌਕਾ ਖੁੱਲਣ ਨਹੀਂ ਦਿੰਦੇ। ਹੁਣ ਆਪਾਂ ਦੇਖਦੇ ਸੀ, 2-3 ਪਲਾਨ ਜੇ ਪਿੱਛੇ ਜਾਈਏ ਤਾਂ ਸਰਪੰਚੀ ਦੀਆਂ ਵੋਟਾਂ ਜਦੋਂ ਪਿੰਡਾਂ 'ਚ ਪੈਂਦੀਆਂ ਸੀ, ਤੇ ਉਦੋਂ ਜਿਹੜਾ ਜਿੱਤ ਜਾਂਦਾ, ਜਿੱਤਿਆ ਹੋਇਆ ਵੀ ਆਪਣੇ ਘਰ ਨੂੰ ਆ ਜਾਂਦਾ, ਤੇ ਹਾਰਿਆ ਹੋਇਆ ਵੀ ਘਰ ਨੂੰ ਆ ਜਾਂਦਾ। ਹਾਰੇ ਹੋਏ ਨਾਲ ਸਗੋਂ ਜਿੱਤਿਆ ਹੋਇਆ ਉਹਦਾ ਪਰਿਵਾਰ ਹਮਦਰਦੀ ਕਰਦੇ ਵੀ ਕੋਈ ਨਹੀਂ, ਆਪਣਾ ਚੋਣਾਂ ਦੇ ਵਿੱਚ ਹੀ ਰੌਲਾ ਸੀ, ਹੁਣ ਆਪਣਾ ਕੋਈ ਰੌਲਾ ਨਹੀਂ, ਕਿਉਂਕਿ ਹੁਣ ਆਪਾਂ ਭਾਈ ਭਾਈ ਆ। ਤੇ ਜਿਹੜਾ ਜਿੱਤ ਜਾਂਦਾ, ਹਾਰ ਜਾਂਦਾ ਸੀ, ਉਹਨੂੰ ਭਰੋਸਾ ਹੋ ਜਾਂਦਾ ਸੀ ਮੇਰੇ ਨਾਲ ਖੜੇ ਨੇ, ਬੇਸ਼ੱਕ ਅਸੀਂ ਚੋਣਾਂ 'ਚ ਇੱਕ ਦੂਜੇ ਦੇ ਵਿਰੋਧੀ ਸੀ, ਪਰ ਹੁਣ ਕਾਰਨ ਬਣ ਗਿਆ। ਹੁਣ ਉਹ ਜਿਹੜਾ ਹਰਿਆ ਹੁੰਦਾ, ਉਹਦੇ ਬਾਗ ਦੇ ਵਿੱਚ ਦੀ ਲੰਘਿਆ ਜਾਂਦਾ, ਫਿਰ ਲਲਕਰੇ ਮਾਰੇ ਜਾਂਦੇ ਨੇ, ਡੈਕ ਲਾ ਕੇ ਉੱਚੀ ਲੰਘਿਆ ਜਾਂਦਾ। ਭਾਵ ਰੱਬ ਦੇ ਹੁਕਮ ਤੋਂ ਬਾਹਰ ਹੋ ਕਰਕੇ ਉਹਨਾਂ ਨੂੰ ਚਿੜਾਇਆ ਜਾਂਦਾ ਵਾਰੀ ਵਾਰੀ। ਮਹਾਰਾਜ ਜੀ ਕਹਿੰਦੇ, ਭਾਈ ਇਹ ਵਿੱਚ ਇਹ ਨਹੀਂ ਹੈ। ਹੁਣ ਪਾਤਸ਼ਾਹ ਜੀ ਇਹਨਾਂ ਦੇ ਬਾਬਤ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਫਰਮਾਨ ਕਰਦੇ ਹਨ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਮਹਾਰਾਜ ਜੀ ਕਹਿੰਦੇ ਹਉਮੈ ਦੇ ਵਿੱਚ ਹੀ ਪੈਦਾ ਹੋਇਆ, ਇਸ ਧਰਤੀ ਦੇ ਆਇਆ, ਤੇ ਤੇਰਾ ਆਉਣਾ ਹਉਮੈ ਹੰਕਾਰ ਦਾ ਹੋਇਆ। ਮਹਾਰਾਜ ਜੀ ਕਹਿੰਦੇ ਧਰਤੀ ਤੋਂ ਗਿਆ, ਫਿਰ ਵੀ ਸਾਰੀ ਉਮਰ ਹਉ ਵਿੱਚ ਹੰਕਾਰ ਕਰਦਾ ਦੁਨੀਆ ਤੋਂ ਗਿਆ। ਮੇਰੇ ਵਰਗਾ ਸੋਹਣਾ ਕੋਈ ਨਹੀਂ, ਮੇਰੇ ਵਰਗਾ ਅਮੀਰ ਕੋਈ ਨਹੀਂ, ਤੇ ਮੇਰੇ ਹੀ 4 ਬੰਦਿਆਂ ਦੇ ਵਿੱਚ ਜਿਹੜੀ ਆਓ ਭਗਤ ਹੁੰਦੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉਮੈ ਵਿੱਚ ਨਰਕ ਸੁਰਗ ਅਵਤਾਰ, ਹਉਮੈ ਬੂਝੈ ਤਾਂ ਦਰ ਸੁਝੈ। ਮਹਾਰਾਜ ਜੀ ਕਹਿੰਦੇ ਜੇ ਇਸ ਨੂੰ ਸੁਝ ਜਾਵੇ ਨਾ ਵੀ ਕੀ ਹੈ ਹਉਮੈ, ਤਾਂ ਰੱਬ ਦੇ ਦਰ ਦੀ ਅੱਗੇ ਪਛਾਣ ਆਵੇਗੀ। ਪਾਤਸ਼ਾਹ ਜੀ ਨੇ ਇਸ ਹਉਮੈ ਬਾਬਤ ਫਰਮਾਨ ਕੀਤਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਮਹਾਰਾਜ ਜੀ ਕਹਿੰਦੇ ਜਦੋਂ ਪਰਮਾਤਮਾ ਕਿਸੇ ਦੇ ਹਿਰਦੇ ਦੇ ਵਿੱਚ ਹਉਮੈ ਪੈਦਾ ਕਰ ਦਿੰਦਾ ਹੈ, ਫਿਰ ਉੱਥੇ ਰੱਬ ਦਾ ਨਾਮ ਨਹੀਂ ਵਸਦਾ। ਕਿਉਂਕਿ ਮਹਾਰਾਜ ਜੀ ਫਰਮਾਨ ਕਰਦੇ ਹਨ, ਹਉਮੈ ਨਾਵੈ ਨਾਲ ਵਿਰੋਧ ਹੈ। ਪਰਮਾਤਮਾ ਦੇ ਨਾਮ ਦੀ ਤੇ ਹਉਮੈ ਦੀ ਵਿਰੋਧਤਾ ਹੈ। ਜਿੱਥੇ ਨਾਮ ਵਸ ਜਾਂਦਾ ਉੱਥੋਂ ਹਉਮੈ ਤੇ ਚਲੀ ਜਾਂਦੀ ਹੈ, ਤੇ ਜਿੱਥੇ ਹਉਮੈ ਰਹਿੰਦੀ ਹੈ ਉੱਥੇ ਨਾਮ ਨਹੀਂ ਆਉਂਦਾ। ਕਿਉਂਕਿ ਬਾਬਾ ਰਵਿਦਾਸ ਜੀ ਮਹਾਰਾਜ ਜੀ ਨੇ ਇਹ ਫਰਮਾਨ ਕੀਤਾ ਹੈ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮਾਏ ਉਦਦ,
ਜਲ ਕੇਵਲ ਜਲ ਮਾਹੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਹੇ ਵਾਹਿਗੁਰੂ, ਜਿੰਨਾ ਚਿਰ ਤੂੰ ਸਾਡੇ ਵਿੱਚ ਹੁੰਨਾ, ਜਿੰਨਾ ਚਿਰ ਤੂੰ ਸਾਡੇ ਵਿੱਚ ਹੁੰਨਾ, ਉਹਨਾਂ ਚਿਰ ਜਬ ਜਬ ਹਮ ਹੋਤੇ, ਜਿੰਨਾ ਚਿਰ ਸਾਡੇ ਚ ਮੈਂ ਮੇਰੀ ਹੁੰਦੀ ਹੈ, ਉਹਨਾਂ ਚਿਰ ਤੂੰ ਸਾਡੇ ਕੋਲੇ ਨਹੀਂ ਆਉਂਦਾ। ਪਰ ਜਦੋਂ ਸਾਡੇ ਹਿਰਦੇ ਦੇ ਵਿੱਚੋਂ ਮੈਂ ਮੇਰੀ, ਜਬ ਤੁਮ ਹੋਤੇ, ਜਦੋਂ ਤੁਸੀਂ ਆ ਜਾਂਦੇ ਹੋ, ਫਿਰ ਮੇਰੀ ਮੈਂ ਮੇਰੀ ਇੱਥੋਂ ਖਤਮ ਹੋ ਜਾਂਦੀ ਹੈ, ਹਉਮੈ ਖਤਮ ਹੋ ਜਾਂਦੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਹਉਮੈ ਬੁਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਅੱਗੇ ਹਉਮੈ ਦੇ ਬਾਬਤ ਮਹਾਰਾਜ ਜੀ ਨੇ ਫਿਰ ਅੱਗੇ ਇਸੇ ਸ਼ਲੋਕ ਦੇ ਵਿੱਚ ਫਰਮਾਨ ਕੀਤਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮਹੱਲਾ ਦੂਜਾ, ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਏਈ ਬੰਧਨਾ ਫਿਰ ਜੂਨੀ ਪਾਏ, ਹਉਮੈ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ, ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ, ਜਿਹੜੀ ਇਹ ਹਉਮੈ ਹੈ ਨਾ, ਹਉਮੈ ਇਹ ਪ੍ਰਕਾਰ ਹੀ ਆਉਂਦੀ ਹੈ ਸੰਸਾਰ ਦੇ ਵਿੱਚ। ਕਿਸੇ ਚੰਗੇ ਘਰ ਪ੍ਰਮਾਤਮਾ ਜਨਮ ਦੇ ਦੇਵੇ ਤਾਂ ਹਉਮੈ, ਅਮੀਰੀ ਆ ਜਾਵੇ ਤਾਂ ਹਉਮੈ, ਸੁੰਦਰ ਕੱਪੜੇ ਮਿਲ ਜਾਣ ਤਾਂ ਹਉਮੈ, ਰੱਬ ਵੱਲੋਂ ਰੂਪ ਸਿੰਗਾਰ ਨੈਣ ਨਕਸ਼ ਸੁੰਦਰ ਮਿਲ ਜਾਣ ਤਾਂ ਹਉਮੈ। ਤੇ ਇਹ ਹਉਮੈ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਹੀ, ਇਹ ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਮਹਾਰਾਜ ਜੀ ਕਹਿੰਦੇ ਹਉਮੈ ਕਿੱਥੋਂ ਪੈਦਾ ਹੁੰਦੀ ਹੈ, ਸੰਸਾਰ ਦੇ ਵਿੱਚ ਆ ਕਰਕੇ ਹਉਮੈ ਇਹੋ ਹੁਕਮ ਹੈ ਪਿਆ ਕਿਰਤ ਫਿਰਾਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਹਉਮੈ ਦੀਰਘ ਰੋਗ ਹੈ। ਇਹ ਜਿਹੜਾ ਹਉਮੈ, ਇਹ ਦੀਰਘ ਦਾ ਮਤਲਬ ਹੈ ਬਹੁਤ ਵੱਡਾ ਰੋਗ, ਜਿਹੜਾ ਕਿਸੇ ਡਾਕਟਰ ਤੋਂ ਆਰਾਮ ਨਾ ਆਵੇ, ਉਹ ਐਸਾ ਰੋਗ ਹੈ ਹਉਮੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਦਾਰੂ ਪੀ ਇਸ ਮਾਹੇ, ਕਹਿੰਦੇ ਜਿਹੜੀ ਹਉਮੈ ਦੀ ਦਾਰੂ ਹੈ ਨਾ, ਹਉਮੈ ਦੇ ਵਿੱਚ ਹੀ ਹੈ। ਜਿਵੇਂ ਸੱਪ ਦੀ ਜ਼ਹਿਰ ਦਾ ਇਲਾਜ ਜ਼ਹਿਰ ਹੀ ਆ, ਸੱਪ ਦੀ ਜ਼ਹਿਰ ਦਾ ਇਲਾਜ ਜ਼ਹਿਰ ਹੀ ਹੈ। ਜ਼ਹਿਰ ਨੂੰ ਮਾਰਨ ਵਾਲੇ ਜ਼ਹਿਰ ਨੂੰ ਮਾਰ ਕਰਕੇ ਸੱਪ ਦੀ ਡੰਗੇ ਦੀ ਦਵਾਈ ਬਣਾ ਦਿੰਦੇ ਨੇ। ਤੇ ਮਹਾਰਾਜ ਜੀ ਕਹਿੰਦੇ ਇਹੀ ਤਰੀਕਾ ਹਉਮੈ ਦਾ, ਜਿਹੜੀ ਇਹ ਹਉਮੈ ਹੈ ਨਾ, ਇਹਦੇ ਵਿੱਚ ਹੀ ਦਾਰੂ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਹਉਮੈ ਦੇ ਵਿੱਚ ਇਹ ਪੈਦਾ ਹੋ ਜਾਂਦਾ ਹੈ ਕਿ ਆਪਣੀ ਕਿਰਪਾ ਕਰ ਦੇਵੇਂ ਤਾਂ ਗੁਰੂ ਦੇ ਸ਼ਬਦ ਦੀ, ਆਪ ਜੀ ਦੇ ਹੁਕਮ ਦੇ ਵਿੱਚ ਕਮਾਈ ਹੋਣ ਲੱਗ ਜਾਂਦੀ ਹੈ, ਫਿਰ ਇਹ ਹਉਮੈ ਚਲੀ ਜਾਂਦੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਭੈ ਬਿਨ ਜੀਵੈ ਬਹੁਤ ਬਹੁਤ, ਭੈ ਤੋਂ ਬਿਨਾ, ਹੁਕਮ ਤੋਂ ਬਿਨਾ ਬਹੁਤ ਜਿਉਂਦਾ ਹੈ, ਬੜੀਆਂ ਖੁਸ਼ੀਆਂ ਕਰਦਾ ਹੈ, ਨਾਨਕ ਭੈ ਬਿਨ ਜੇ ਮਰੈ। ਮਹਾਰਾਜ ਜੀ ਕਹਿੰਦੇ ਹੁਕਮ ਤੋਂ ਬਾਹਰ ਹੋ ਕਰਕੇ ਜੇ ਤੂੰ ਇਸ ਸੰਸਾਰ ਤੋਂ ਜਾਣਾ ਹੈ, ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮੋਹ ਕਾਲੈ ਉੱਠ ਜਾਏ, ਫਿਰ ਤੈਨੂੰ ਰੱਬ ਦੀ ਦਰਗਾਹ ਦੇ ਵਿੱਚ ਤੇਰਾ ਮੂੰਹ ਕਾਲਾ ਹੋਵੇਗਾ ਤੇ ਤੇਰੇ ਮੂੰਹ ਦੇ ਉੱਪਰ ਉੱਥੇ ਰੱਬ ਦੀ ਦਰਗਾਹ ਦੇ ਵਿੱਚ ਜੁੱਤੀਆਂ ਮਾਰੀਆਂ ਜਾਣਗੀਆਂ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ, ਇਹ ਜਿਹੜਾ ਭੈ ਆ ਹੁਕਮ ਹੈ ਸਭ ਤੋਂ ਵੱਡਾ ਹੈ। ਤਾਈਓ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਆਰੰਭ ਦੀ ਪੌੜੀ ਤੋਂ ਬਾਅਦ ਫਿਰ ਹੁਕਮ ਦੀ ਹੀ ਗੱਲਾਂ ਚੱਲੀਆਂ ਨੇ, ਕਿ ਸਭ ਤੋਂ ਵੱਡਾ ਹੁਕਮ ਹੈ। ਜੇ ਹੁਕਮ ਦੇ ਵਿੱਚ ਰਹਿਣਾ ਮਨੁੱਖ ਤਾਂ ਤੈਨੂੰ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰਦਾ ਹੈ। ਪੌੜੀ ਮਹਾਰਾਜ ਜੀ ਅੱਗੇ ਪੌੜੀ ਦੇ ਵਿੱਚ ਫਰਮਾਨ ਕਰਦੇ ਹਨ। ਇਸ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ 7 ਭੂਮਿਕਾਵਾਂ ਦਾ ਕਥਨ ਕਰਦੇ ਹਨ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਮਨੁੱਖ ਦੇ ਉੱਪਰ ਸਤਿਗੁਰੂ ਦਇਆਲ ਹੋ ਜਾਂਦਾ ਹੈ ਤਾਂ ਉਹਦੀਆਂ ਜਿਹੜੀਆਂ ਸ਼ਰਧਾ ਹੁੰਦੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਸ਼ਰਧਾ ਜਿਵੇਂ ਆਪਾਂ ਦੇਖਦੇ ਹਾਂ, ਕਈਆਂ ਦੇ ਮਨ ਦੇ ਵਿੱਚ ਸ਼ਰਧਾ ਵੀ ਅਸੀਂ ਵੀ ਦੂਜਿਆਂ ਦੇ ਵਾਂਗ ਕੋਈ ਪਾਠ ਪੁੰਨ ਭੋਜਨ ਕਰਵਾਈਏ, ਪਰ ਕਾਰਨ ਹੁੰਦਾ ਵੀ ਉਹਨਾਂ ਕੋਲ ਜਿਹੜਾ ਮਾਇਆ ਨਹੀਂ ਹੁੰਦੀ, ਨਾ ਮਾਇਆ ਹੋਣ ਕਰਕੇ ਉਹ ਵਿਚਾਰੇ ਕਰ ਨਹੀਂ ਸਕਦੇ, ਆਪਣੀ ਸ਼ਰਧਾ ਵੀ ਪੂਰੀ ਨਹੀਂ ਕਰ ਸਕਦੇ। ਉਹਨਾਂ ਦੀ ਸ਼ਰਧਾ ਵੀ ਅਸੀਂ ਵੀ ਵੱਡਾ ਲੰਗਰ ਲਾਈਏ, ਅਸੀਂ ਵੀ ਆਪਣੇ ਘਰੇ ਪਾਤਸ਼ਾਹ ਜੀ ਦੇ ਚਰਨ ਪਵਾ ਕਰਕੇ ਸ਼੍ਰੀ ਅਖੰਡ ਪਾਠ ਕਰਵਾਈਏ, ਪੁੰਨ ਦਾ ਕੰਮ ਕਰੀਏ, ਧਰਮ ਦਾ ਕੰਮ ਕਰੀਏ, ਪਰ ਉਹਨਾਂ ਤੋਂ ਇਹ ਨਹੀਂ ਬਣ ਰਿਹਾ ਕਿਉਂਕਿ ਪੈਸੇ ਨਹੀਂ।
ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰੂ ਦਇਆਲ ਹੋ ਜਾਂਦੇ ਨੇ, ਫਿਰ ਉਹਨਾਂ ਦੀਆਂ ਇਹ ਸਰਧਾ ਸਾਰੀਆਂ ਪੂਰੀਆਂ ਹੁੰਦੀਆਂ ਹਨ। ਸਤਿਗੁਰ ਹੋਏ ਦਇਆਲ, ਨਾ ਕਬਹੂ ਝੂਰੀਐ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਸੱਚੇ ਸਤਿਗੁਰੂ ਜੀ ਦਇਆਲ ਹੋ ਜਾਂਦੇ ਨੇ, ਫਿਰ ਜਿੰਨਾ ਵੀ ਮਨ ਦੇ ਵਿੱਚ ਝੋਰੇ ਹੁੰਦੇ ਨੇ, ਸਾਡੇ ਜਿਵੇਂ ਬੱਚੇ ਹੋ ਗਏ ਆਪਣੇ, ਪਹਿਲਾਂ ਬੱਚਿਆਂ ਦੀ ਪੜ੍ਹਾਈ ਦਾ ਝੋਰਾ, ਬੱਚੇ ਕਿਤੇ ਗਲਤ ਰਸਤੇ ਨਾ ਪੈ ਜਾਣ, ਇਹ ਝੋਰੇ ਨੇ ਸਾਰੇ। ਬੱਚਿਆਂ ਨੂੰ ਬੱਚੇ ਪੜ੍ਹ ਲਿਖ ਕਰਕੇ ਨੌਕਰੀ ਨਹੀਂ ਮਿਲੀ, ਇਹ ਝੋਰੇ ਨੇ। ਫਿਰ ਬੱਚਿਆਂ ਦੀ ਸ਼ਾਦੀ ਸਮੇਂ ਸਿਰ ਨਾ ਹੋਈ, ਇਹ ਵੀ ਝੋਰੇ ਨੇ। ਘਰ ਮਕਾਨ ਨਾ ਪਿਆ, ਇਹ ਵੀ ਝੋਰੇ ਨੇ। ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰੂ ਦਇਆਲ ਹੋ ਜਾਂਦੇ ਨੇ, ਇਹ ਫਿਰ ਕਬੂ ਨਾ ਝੂਰੀਏ। ਤੇਰੇ ਝੋਰੇ ਵੀ ਜਿਹੜੀ ਝੂਰਨਾ ਨਾ ਤੇਰੇ ਸਰੂਪ 'ਚ ਲਖਤਾ ਹੈ, ਮਹਾਰਾਜ ਜੀ ਕਹਿੰਦੇ ਉਹ ਵੀ ਦੂਰ ਹੋ ਜਾਂਦੀ ਹੈ। ਫਿਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮੰਨੇ ਕੀ ਗਤ ਕਹੀ ਨਾ ਜਾਏ। ਜਦੋਂ ਤੈਨੂੰ ਪ੍ਰਮਾਤਮਾ ਨੇ ਦਇਆਲ ਹੋ ਗਏ, ਫਿਰ ਜਿਹੜੇ ਸਾਰੇ ਝੂਰੇ ਹਨ ਉਹ ਮਿਟ ਜਾਂਦੇ ਹਨ। ਸਤਿਗੁਰ ਹੋਏ ਦਇਆਲ, ਤਾਂ ਦੁੱਖ ਨਾ ਜਾਣੀਐ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਸੱਚੇ ਸਤਿਗੁਰੂ ਦਇਆਲ ਹੋ ਜਾਂਦੇ ਨੇ, ਫਿਰ ਮਨੁੱਖ ਨੂੰ ਦੁੱਖ ਹੈ ਜਿਹੜਾ ਉਹ ਦੁੱਖ ਨਹੀਂ ਲੱਗਦਾ। ਇਹ ਵੱਡੀਆਂ ਉਦਾਹਰਣਾਂ ਸਿੱਖ ਧਰਮ ਦੇ ਵਿੱਚ ਮਿਲਦੀਆਂ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਮ ਦੀ ਰੱਖਿਆ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ, ਉਹਨਾਂ ਨਾਲ ਅਨੇਕਾਂ ਹੀ ਸੰਗਤਾਂ ਤੁਰੀਆਂ, ਪਰ ਮਹਾਰਾਜ ਜੀ ਨੇ ਸੰਗਤਾਂ ਨੂੰ ਹੁਕਮ ਕਰਦਿਆਂ, ਵਚਨ ਕਰਦਿਆਂ ਮੋੜਦੇ ਗਏ, ਪਰ ਕੁਝ ਸਿੱਖ ਉਹਨਾਂ ਦੇ ਨਾਲ ਗਏ। ਸ਼ਹੀਦੀ ਦੇ ਸਮੇਂ ਮਹਾਰਾਜ ਜੀ ਨੇ 3 ਸਿੱਖ ਆਪਣੇ ਨਾਲ ਰੱਖੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲ ਦਾਸ ਜੀ। ਹੁਣ ਸਤਿਗੁਰੂ ਜੀ ਉਹਨਾਂ ਦੇ ਉੱਪਰ ਦਇਆਲ ਸੀ, ਤੇ ਦਇਆਲਤਾ ਦਾ ਇਹ ਸੀ, ਜਦੋਂ ਭਾਈ ਮਤੀ ਦਾਸ ਦੇ ਸੀਸ ਦੇ ਉੱਪਰ ਆਰਾ ਚੱਲਿਆ ਨਾ, ਉਹਨਾਂ ਨੂੰ ਉਸ ਚੱਲੇ ਹੋਏ ਆਰੇ ਦੇ ਤਿੱਖੇ ਦੰਦਿਆਂ ਦਾ ਦੁੱਖ ਹੀ ਨਹੀਂ ਲੱਗਿਆ। ਹੁਣ ਆਪਣੇ ਕੋਈ ਤਿੱਖੀ ਚੀਜ਼ ਵੱਜਦੇ, ਘਰੇ ਸਬਜ਼ੀ ਕੱਟਦੇ ਆ, ਕਰਦ ਲੱਗ ਜਾਵੇ, ਚਾਕੂ ਲੱਗ ਜਾਵੇ, ਤੇ ਕਿਵੇਂ ਆਪਾਂ ਬਿਲਕਦੇ ਆ। ਕੋਈ ਐਸੀ ਹੋਰ ਕੋਈ ਤਿੱਖੀ ਚੀਜ਼ ਵੱਜ ਜਾਵੇ ਸਾਨੂੰ ਕਿੰਨਾ ਦਰਦ ਮਹਿਸੂਸ ਹੁੰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਸਤਿਗੁਰੂ ਦਇਆਲ ਹੋ ਜਾਂਦੇ ਨੇ, ਤਾਂ ਫਿਰ ਕੋਈ ਵੀ ਦੁੱਖ ਹੈ ਜਿਹੜਾ ਉਹ ਮਹਿਸੂਸ ਨਹੀਂ ਹੁੰਦਾ। ਬੇਸ਼ੱਕ ਉਹ ਗਰੀਬੀ ਵਾਲਾ ਦੁੱਖ ਹੈ, ਸਰੀਰਕ ਕਸ਼ਟ ਹੈ, ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਉਹ ਫਿਰ ਦੁੱਖ ਹੈ ਜਿਹੜਾ ਦੂਰ ਹੋ ਜਾਂਦਾ ਹੈ। ਦੁੱਖ ਦਾ ਪਤਾ ਹੀ ਨਹੀਂ ਲੱਗਦਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਹਾਰਾਜ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਜਿਹੜੇ ਦੁੱਖ, ਪ੍ਰਮਾਤਮਾ ਦਾ ਦਇਆਲ ਹੋਣ ਤੇ ਸਾਰੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਹਨ। ਸਤਿਗੁਰ ਹੋਏ ਦਇਆਲ, ਤਾਂ ਹਰ ਰੰਗ ਮਾਣੀਐ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਸਤਿਗੁਰੂ ਜੀ ਦਇਆਲ ਹੋ ਜਾਂਦੇ ਨੇ, ਤਾਂ ਫਿਰ ਉਹ ਸਾਰੇ ਰੰਗ ਪੈਦਾ ਹੋ ਜਾਂਦੇ ਨੇ, ਮਾਣੇ ਜਾਂਦੇ ਨੇ। ਮਹਾਰਾਜ ਜੀ ਦਾ ਫਰਮਾਨ ਹੈ, ਰੰਗ ਹੱਸ ਹੈ, ਰੰਗ ਰੋਬ ਹੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਝ ਸੱਚੇ ਨਾਹ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਪ੍ਰਮਾਤਮਾ ਵਾਹਿਗੁਰੂ ਦਇਆਲ ਹੋ ਜਾਂਦਾ ਹੈ, ਫਿਰ ਇਹ ਦਇਆਲ ਹੋਣ ਦੇ ਨਾਲ ਮਹਾਰਾਜ ਜੀ ਕਹਿੰਦੇ ਸਾਰੇ ਜਿਹੜੇ ਰੰਗ ਨੇ ਉਹ ਮਾਣੇ ਜਾਂਦੇ ਹਨ। ਸਤਿਗੁਰ ਹੋਏ ਦਇਆਲ, ਤਾਂ ਜਮ ਕਾ ਡਰ ਕੇਹਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਪ੍ਰਮਾਤਮਾ ਸਤਿਗੁਰੂ ਜੀ ਦਇਆਲ ਹੋ ਜਾਂਦੇ ਨੇ, ਫਿਰ ਜਿਹੜਾ ਜਮਾਂ ਵਾਲਾ ਡਰ ਹੈ ਇਹ ਵੀ ਮੁੱਕ ਜਾਂਦਾ ਹੈ। ਸਤਿਗੁਰ ਹੋਏ ਦਇਆਲ, ਤਾਂ ਸਦ ਹੀ ਸੁਖ ਦੇਹਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਸਤਿਗੁਰੂ ਜੀ ਦਇਆਲ ਹੋ ਜਾਣ, ਤਦੋਂ ਸਦਾ ਹੀ ਸੁਖ ਦੇਹ ਦਿੰਦੇ ਹਨ। ਸੁਖ ਸਰੂਪ ਦੀ ਪ੍ਰਾਪਤੀ ਵਾਲੀ ਅਖੰਡ ਚੇਤਨ ਦੇਹਾ ਮਿਲ ਜਾਂਦੀ ਹੈ। ਸਤਿਗੁਰ ਹੋਏ ਦਇਆਲ, ਤਾਂ ਨਵ ਨਿਧ ਪਾਈਐ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਸਤਿਗੁਰੂ ਜੀ ਦਇਆਲ ਹੋ ਜਾਂਦੇ ਨੇ, ਤਾਂ 9 ਨਿਧਾਂ 18 ਸਿੱਧੀਆਂ ਦੇ ਖਜ਼ਾਨੇ ਇਸ ਮਨੁੱਖ ਨੂੰ, ਜੀਵ ਨੂੰ ਮਿਲ ਜਾਂਦੇ ਨੇ। ਆਤਮਿਕ ਸਰੂਪ ਸਾਰੇ ਪ੍ਰਕਾਸ਼ ਹੋ ਰਿਹਾ। ਅਵਸਥਾ ਨੂੰ 7ਵੀਂ ਤੁਰੀਆ ਪਦ ਭੂਮਿਕਾ ਕਿਹਾ ਮਹਾਰਾਜ ਜੀ ਨੇ। ਸਤਿਗੁਰ ਹੋਏ ਦਇਆਲ,
ਤਾਂ ਸੱਚ ਸਮਾਈਐ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੇਕਰ ਸਤਿਗੁਰੂ ਜੀ ਦਇਆਲ ਹੋ ਜਾਣ, ਸੱਚ ਸਰੂਪ ਦੇ ਵਿੱਚ ਸਮਾਈਐ ਸਥਿਤ ਹੋ ਜਾਂਦਾ ਹੈ। ਇਸ ਵਿੱਚ ਤੁਰੀਆਂ ਅਤੀਤ ਅਵਸਥਾ ਕਥਨ ਕੀਤੀ। ਪਾਤਸ਼ਾਹ ਜੀ ਨੇ ਅੱਜ ਦੇ ਸ਼ਲੋਕ ਦੇ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਭਾਈ ਇਹ ਸਾਰਾ ਹੁਕਮ ਦੀ ਖੇਡ ਹੈ। ਜਦੋਂ ਹੁਕਮ ਵਿੱਚ ਹੋ ਜਾਂਦਾ ਜੀਵ, ਤਾਂ ਸਤਿਗੁਰੂ ਪਰਮਾਤਮਾ ਸਾਰੀਆਂ ਖੇਡਾਂ ਉਸ ਹੁਕਮ ਦੇ ਵਿੱਚ ਚੰਗੀਆਂ ਲੱਗਣ ਲਾ ਦਿੰਦਾ, ਤੇ ਹੁਕਮ ਤੋਂ ਬਾਹਰ ਕੱਢ ਦੇਵੇ ਤੇ ਮਾੜੀਆਂ ਲੱਗਣ ਲੱਗ ਜਾਂਦੀਆਂ ਨੇ। ਹੁਣ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਗੁਰ ਤੁਠੈ ਸਭ ਕਿਛ ਪਾਇਆ, ਜਨ ਨਾਨਕ ਸਦ ਬਲਿਹਾਰ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਗੁਰ ਤੁਠੈ ਸੱਜਣ ਮੇਲਿਆ, ਜਨ ਨਾਨਕ ਸੁਖ ਸਵੰਨ। ਜਦੋਂ ਸਤਿਗੁਰੂ ਜੀ ਤੁਠ ਜਾਣ, ਖੁਸ਼ ਹੋ ਜਾਣ, ਤੇ ਇਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਸੋ ਇੱਥੇ ਜਿਹੜਾ ਸ਼ਲੋਕ ਸੀ ਅੱਜ 25ਵਾਂ, ਇਸ ਦੀ ਇਹ ਸਮਾਪਤੀ ਹੈ। ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ ਹੋਇਆਂ ਜਿਹੜੀ ਲੜੀਵਾਰ ਕਥਾ 149-50 ਦੇ ਉੱਪਰ ਪਹੁੰਚੀ ਹੈ। ਪਾਤਸ਼ਾਹ ਜੀ ਆਪਣੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ, ਤੇ ਆਪਣੀ ਜਿਹੜੀ ਤੋਰਿਆ ਹੋਇਆ ਲੜੀਵਾਰ ਕਥਾ ਦਾ ਕਾਰਜ ਹੈ, ਮਹਾਰਾਜ ਜੀ ਆਪ ਹੀ ਸਾਰਿਆਂ ਨੂੰ ਕਿਰਪਾ ਬਖਸ਼ਿਸ਼ ਕਰਦਿਆਂ, ਸਮੱਤ ਬਖਸ਼ਦਿਆਂ ਹੋਇਆਂ ਸੰਪੂਰਨ ਕਰਾ ਲੈਣ ਜੀ। ਸੋ ਆਓ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਾਮ ਸਿਮਰਨ ਦੀ ਹਾਜ਼ਰੀ ਲਾਈਏ। ਫਿਰ ਆਪਾਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰਾਂਗੇ ਜੀ। ਹੋਈਆਂ ਭੁੱਲਾਂ ਦੀ ਮਾਫੀ ਸਤਿਗੁਰੂ ਜੀ ਤੇ ਆਪ ਸੰਗਤਾਂ ਬਖਸ਼ਣ ਯੋਗ ਹੋ। ਵਾਹਿਗੁਰੂ ਵਾਹਿਗੁਰੂ। 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 ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ। ਖੇਲੈ ਚੰਗਿਆਈਆ ਬੁਰਿਆਈਆ, ਬਾਚੈ ਧਰਮ ਧਰਮੀ ਆਪੋ ਆਪਣੀ ਕੇ ਨੇੜੈ। ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਜਿਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ
माता पिता हम बार